ਲਰਨ ਪੰਜਾਬੀ ਵਿਦ ਕਵਲਜੀਤ ਮੈਮ। ਇਸ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਪਿਆਰੇ ਵਿਦਿਆਰਥੀਓ। ਅੱਜ ਆਪਾਂ ਕਰਨ ਲੱਗੇ ਹਾਂ ਸਾਹਿਤਿਕ ਰੰਗ ਪਾਠ ਪੁਸਤਕ ਦੀ ਕਹਾਣੀ ਮੈਂ ਕਿਸੇ ਤੋਂ ਘੱਟ ਨਹੀਂ। ਠੀਕ ਹੈ ਜੀ। ਇਹ ਕਹਾਣੀ ਲਿਖੀ ਹੋਈ ਹੈ ਦਰਸ਼ਨ ਸਿੰਘ ਆਸ਼ਟ। ਠੀਕ ਹੈ ਜੀ। ਚਲੋ ਆਓ ਆਪਾਂ ਇਹਨੂੰ ਸੰਖੇਪ ਵਿੱਚ ਪੜ੍ਹਦੇ ਹਾਂ। ਹਾਂਜੀ, ਰਜਨੀ ਦੀ ਉਮਰ ਕੋਈ 11-12 ਸਾਲਾਂ ਦੀ ਹੋਏਗੀ। ਠੀਕ ਹੈ ਜੀ। ਤੇ ਰਜਨੀ ਨੂੰ ਪੋਲੀਓ ਦੀ ਬਿਮਾਰੀ ਹੈ। ਇਸ ਕਰਕੇ ਕੀ ਹੈ, ਉਹਦੀਆਂ ਦੋਵੇਂ ਲੱਤਾਂ ਜਿਹੜੀਆਂ ਹਨ ਉਹ ਬੇਕਾਰ ਹੋ ਚੁੱਕੀਆਂ ਹਨ, ਵੀ ਕਿ ਉਹ ਤੁਰ ਨਹੀਂ ਸਕਦੀ ਦੋਨੋਂ ਲੱਤਾਂ ਤੋਂ। ਪਰ ਉਸ ਵਿੱਚ ਅੱਗੇ ਵਧਣ ਦਾ ਬਹੁਤ ਜਜ਼ਬਾ ਤੇ ਉਤਸ਼ਾਹ ਹੈ। ਬਹੁਤ ਜ਼ਿਆਦਾ ਉਤਸ਼ਾਹਿਤ ਕੁੜੀ ਸੀ ਉਹ। ਠੀਕ ਹੈ। ਕਈ ਖੇਡ ਮੁਕਾਬਲਿਆਂ ਵਿੱਚ ਉਸਨੇ ਇਨਾਮ ਜਿੱਤੇ ਸਨ। ਹਰੇਕ ਖੇਡ ਮੁਕਾਬਲਿਆਂ 'ਚ ਤਕਰੀਬਨ ਉਹ ਭਾਗ ਲੈਂਦੀ ਸੀ, ਜੋ ਕਿ ਇਹਨਾਂ ਵਾਸਤੇ ਹੁੰਦੇ ਹਨ ਹੈਂਡੀਕੈਪਸ ਵਾਸਤੇ। ਉਹ ਆਪਣੇ ਪਿੰਡੋਂ ਟਰਾਈਸਾਈਕਲ 'ਤੇ 3 ਕਿਲੋਮੀਟਰ ਦੀ ਦੂਰੀ 'ਤੇ ਸਕੂਲ ਜਾਂਦੀ ਸੀ ਪੜ੍ਹਨ, ਕਿਉਂਕਿ ਉਹਦਾ ਸਕੂਲ ਜਿਹੜਾ ਸੀ ਉਹ 3 ਕਿਲੋਮੀਟਰ ਦੀ ਦੂਰੀ 'ਤੇ ਸੀ, ਅਤੇ ਆਪਣੀ ਟਰਾਈਸਾਈਕਲ ਦੇ ਉੱਪਰ ਬੈਠ ਕੇ ਉਹ ਜਾਂਦੀ ਸੀ। ਠੀਕ ਹੈ ਜੀ। ਕਈ ਵਾਰੀ ਮੌਸਮ ਖਰਾਬ ਹੋਣ ਕਰਕੇ ਮੰਮੀ ਉਸਨੂੰ ਸਕੂਲੋਂ ਛੁੱਟੀ ਕਰਨ ਲਈ ਆਖ ਦਿੰਦੀ, ਤਾਂ ਰਜਨੀ ਅੱਗੋਂ ਕੀ ਕਹਿੰਦੀ ਹੁੰਦੀ ਸੀ ਕਿ ਮੰਮੀ, ਖਰਾਬ ਮੌਸਮ ਦੀ ਮੈਨੂੰ ਕੋਈ ਪਰਵਾਹ ਨਹੀਂ। ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਸਾਡੇ ਸਕੂਲ ਵਿੱਚ ਸਾਲਾਨਾ ਸਮਾਗਮ ਵਿੱਚ ਹਰੇਕ ਜਮਾਤ ਦੇ ਉਸ ਵਿਦਿਆਰਥੀ ਨੂੰ ਇਨਾਮ ਦਿੱਤਾ ਜਾਂਦਾ ਹੈ ਜਿਸ ਦੀ ਹਾਜ਼ਰੀ ਪੂਰੇ ਸਾਲ ਵਿੱਚ ਸਭ ਤੋਂ ਵੱਧ ਹੁੰਦੀ ਹੈ, ਅਤੇ ਮੈਂ ਨਹੀਂ ਚਾਹੁੰਦੀ ਕਿ ਮੇਰੀ ਗੈਰ ਹਾਜ਼ਰੀ ਲੱਗੇ ਸਕੂਲ ਵਿੱਚ। ਠੀਕ ਹੈ ਜੀ। ਇਸ ਕਰਕੇ ਮੈਂ ਸਕੂਲ ਜਾਵਾਂਗੀ। ਅਤੇ ਥੋੜ੍ਹੀ ਬਹੁਤੇ ਮੌਸਮ ਖਰਾਬ ਹੋਣ 'ਤੇ ਵੀ ਉਹ ਘਰ ਨਹੀਂ ਰਹਿੰਦੀ ਸੀ, ਅਤੇ ਇਸ ਤਰ੍ਹਾਂ ਰਜਨੀ ਕੀ ਹੈ, ਸਕੂਲ ਚਲੀ ਜਾਂਦੀ ਸੀ। ਇਹ ਸੁਣ ਕੇ ਰਜਨੀ ਪਾਪਾ ਕਹਿੰਦੇ ਸਨ, ਰਜਨੀ ਠੀਕ ਕਹਿ ਰਹੀ ਹੈ ਕਿ ਉਸ ਨੂੰ ਛੁੱਟੀ ਨਹੀਂ ਕਰਨੀ ਚਾਹੀਦੀ। ਅੱਗੋਂ ਰਜਨੀ ਮੁਸਕਰਾ ਪੈਂਦੀ ਅਤੇ ਅਲਵਿਦਾ ਆਖ ਟਰਾਈਸਾਈਕਲ 'ਤੇ ਸਕੂਲੇ ਜਾਣ ਲਈ ਰਵਾਨਾ ਹੋ ਜਾਂਦੀ। ਮੀਂਹ ਪੈਣ ਕਾਰਨ ਸਕੂਲ ਦੇ ਆਸ-ਪਾਸ ਘਾਹ ਕਾਫੀ ਵੱਡਾ ਹੋ ਗਿਆ ਸੀ। ਠੀਕ ਹੈ ਜੀ। ਜਿਵੇਂ ਕਈ ਵਾਰੀ ਉਹਦੀ ਕਟਾਈ ਨਹੀਂ ਹੁੰਦੀ ਤਾਂ ਬਾਰਿਸ਼ ਦੇ ਮੀਂਹ ਦੇ ਦਿਨਾਂ ਵਿੱਚ ਜਿਹੜੇ ਪੇੜ ਪੌਦੇ ਜ਼ਿਆਦਾ ਜਲਦੀ ਵੱਧਦੇ ਹਨ। ਅਤੇ ਸਕੂਲ ਦਾ ਮਾਲੀ ਜਿਹੜਾ ਹੈ ਉਹ ਕਈ ਦਿਨਾਂ ਤੋਂ ਬਿਮਾਰ ਸੀ, ਇਸ ਕਰਕੇ ਛੁੱਟੀ 'ਤੇ ਸੀ। ਇਸ ਕਰਕੇ ਸਕੂਲ ਵਿੱਚ ਘਾਹ ਕੱਟਣ ਦਾ ਜਿਹੜਾ ਸੀ ਬੰਦੋਬਸਤ ਨਹੀਂ ਹੋ ਸਕਿਆ, ਅਤੇ ਰਜਨੀ ਦੀ ਜਮਾਤ ਦੇ ਕਮਰੇ ਦੇ ਪਿਛਲੇ ਪਾਸੇ ਵੀ ਕਾਫੀ ਘਾਹ ਹੋ ਗਿਆ ਸੀ। ਕਈ ਵਾਰੀ ਰਜਨੀ ਦੇ ਇੰਚਾਰਜ ਅਧਿਆਪਕ ਸ਼੍ਰੀ ਮੋਹਨ ਲਾਲ ਜੀ ਆਖ ਚੁੱਕੇ ਸਨ ਕਿ ਜਿਹੜਾ ਵੱਡਾ ਹੋ ਚੁੱਕਿਆ ਘਾਹ ਹੈ ਉਸ ਨੂੰ ਕੱਟ ਦੇਣਾ ਚਾਹੀਦਾ, ਕਿਉਂਕਿ ਉਸ ਵਿੱਚ ਕੋਈ ਜ਼ਹਿਰੀਲਾ ਜੀਵ ਵੀ ਤਾਂ ਹੋ ਸਕਦਾ ਹੈ। ਅਤੇ ਉਹੀ ਹੋਇਆ ਜਿਸ ਦਾ ਸ਼੍ਰੀ ਮੋਹਨ ਲਾਲ ਜੀ ਨੂੰ ਡਰ ਸੀ। ਇੱਕ ਦਿਨ ਦੀ ਗੱਲ ਹੈ, ਰਜਨੀ ਦੀ ਜਮਾਤ ਦੇ ਸਾਰੇ ਵਿਦਿਆਰਥੀ ਮੈਦਾਨ ਵਿੱਚ ਖੇਡ ਰਹੇ ਸਨ, ਅਤੇ ਹਿੰਦੀ ਦੇ ਪੀਰੀਅਡ ਦੀ ਘੰਟੀ ਵੱਜੀ ਤਾਂ ਸਾਰੇ ਅਧਿਆਪਕ ਕਮਰੇ ਵੱਲ ਦੌੜੇ ਅਤੇ ਆਪਣੇ ਕਮਰੇ ਵਿੱਚ ਆ ਕੇ ਬਹਿਣ ਲੱਗੇ। ਅਧਿਆਪਕ ਜੀ ਦੀ ਉਡੀਕ ਹੋਣ ਲੱਗੀ। ਸਾਰੇ ਬੱਚੇ ਸੀ ਜਿਹੜੇ ਆਪਣੀ ਆਪਣੀ ਕਲਾਸਾਂ ਵਿੱਚ ਬੈਠ ਗਏ ਅਤੇ ਅਧਿਆਪਕ ਦੀ ਉਡੀਕ ਹੋਣ ਲੱਗੀ। ਚਾਣਚੱਕੀ ਜਮਾਤ ਵਿੱਚ ਪਿੱਛੇ ਬੈਠੇ ਰਾਹੁਲ ਦੀ ਨਜ਼ਰ ਆਪਣੀ ਬੈਂਚ ਦੀ ਇੱਕ ਲੱਤ ਨਾਲ ਲਿਪਟੇ ਪਏ ਸੱਪ 'ਤੇ ਪਈ। ਯਾਨੀ ਕਿ ਉਸਦੇ ਟੇਬਲ ਦੇ ਥੱਲੇ ਜਿਹੜੀ ਲੱਤ ਹੁੰਦੀ ਹੈ, ਉਹਦੀ ਲੈਗ ਹੁੰਦੀ ਹੈ, ਉਹਦੇ ਉੱਪਰ ਕੀ ਸੀ, ਇੱਕ ਸੱਪ ਲਿਪਟਿਆ ਹੋਇਆ ਸੀ, ਅਤੇ ਉਹ ਇੱਕਦਮ ਦੇਖ ਕੇ ਘਬਰਾ ਗਿਆ। ਉਸਨੇ ਰੌਲਾ ਪਾ ਦਿੱਤਾ, ਸੱਪ। ਅਤੇ ਪਲਾਸ਼ੀਨਾ ਵਿੱਚ ਜਮਾਤ ਵਿੱਚ ਹਾਹਾਕਾਰ ਮਚ ਗਈ। ਸਾਰੇ ਵਿਦਿਆਰਥੀਆਂ ਵਿੱਚ ਰੌਲਾ ਪੈ ਗਿਆ ਅਤੇ ਸਾਰੇ ਬੱਚੇ ਜਿਹੜੇ ਸੀ ਉਹ ਕਮਰੇ ਵਿੱਚੋਂ ਬਾਹਰ ਭੱਜਣ ਲੱਗੇ, ਅਤੇ ਉਹ ਸੱਪ ਕਮਰੇ ਦੇ ਬਾਹਰ ਉੱਗੇ ਵੱਡੇ ਘਾਹ ਵਿੱਚੋਂ ਕੰਧ 'ਤੇ ਚੜ੍ਹਦਾ ਹੋਇਆ ਬਾਰੀ ਰਾਹੀਂ ਕਮਰੇ ਵਿੱਚ ਆ ਗਿਆ ਸੀ। ਠੀਕ ਹੈ ਜੀ। ਅਤੇ ਰਜਨੀ ਜਮਾਤ ਦੇ ਵਿਚਕਾਰ ਆਪਣੀ ਸਹੇਲੀ ਪੂਜਾ ਨਾਲ ਇੱਕ ਬੈਂਚ 'ਤੇ ਬੈਠੀ ਹੋਈ ਸੀ। ਪੂਜਾ ਨੇ ਉਸ ਨੂੰ ਫਟਾਫਟ ਬਾਹਰ ਨਿਕਲਣ ਲਈ ਆਖਿਆ, ਪਰ ਇੱਕਦਮ ਬਾਹਰ ਨਿਕਲਣਾ ਉਸ ਸਮੇਂ ਕੀ ਹੈ, ਉਸ ਲਈ ਔਖਾ ਸੀ, ਕਿਉਂਕਿ ਉਹ ਲੱਤਾਂ ਤੋਂ ਸੀਗੀ, ਅਪਾਹਿਜ ਸੀ। ਰਜਨੀ ਨੇ ਵੇਖਿਆ ਸੱਪ 3 ਫੁੱਟ ਤੋਂ ਕੁਝ ਵੱਡਾ ਸੀ। ਵਿਦਿਆਰਥੀਆਂ ਦੀ ਹਾਲ ਦੁਹਾਈ ਨਾਲ ਸੱਪ ਵੀ ਘਬਰਾ ਗਿਆ। ਕਮਰੇ ਦਾ ਫਰਸ਼ ਪੱਕਾ ਸੀ, ਅਤੇ ਇਸ ਲਈ ਜਿਹੜਾ ਸੱਪ ਹੈ ਕੀ ਹੈ, ਇੱਧਰ ਉੱਧਰ ਭੱਜਣ ਲੱਗਾ ਤਾਂ ਕਿ ਉਸਨੂੰ ਕੋਈ ਖੁੱਡ ਮਿਲ ਸਕੇ ਜਿਸ ਵਿੱਚ ਉਹ ਲੁਕ ਸਕੇ। ਰਜਨੀ ਨੇ ਫੌਰਨ ਦਿਮਾਗ ਤੋਂ ਕੰਮ ਲਿਆ। ਉਸਨੇ ਆਪਣਾ ਤੇ ਪੂਜਾ ਦਾ ਬੈਗ ਉਲਟਾ ਦਿੱਤਾ, ਯਾਨੀ ਕਿ ਖਾਲੀ ਕਰ ਦਿੱਤਾ, ਅਤੇ ਦੋਨੋਂ ਬੈਗ ਹੈ ਜਿਹੜੇ ਉਸਨੇ ਫਰਸ਼ 'ਤੇ ਥੋੜ੍ਹੀ ਦੂਰੀ ਦੇ ਉੱਪਰ ਸੁੱਟ ਦਿੱਤੇ। ਰਜਨੀ ਦੀ ਵਿਉਂਤ ਕੰਮ ਕਰ ਗਈ। ਜਿਉਂ ਹੀ ਸੱਪ
ਫਰਸ਼ ਤੇ ਪਏ ਖਾਲੀ ਬੈਗ ਵਿੱਚ ਜਾ ਵੜਿਆ। ਤਾਂ ਰਜਨੀ ਨੇ ਫੁਰਤੀ ਨਾਲ ਬੈਂਚ ਤੋਂ ਉੱਠ ਕੇ ਦੋਵਾਂ ਹੱਥਾਂ ਨਾਲ ਬੈਗ ਦਾ ਮੂੰਹ ਬੰਦ ਕਰ ਦਿੱਤਾ ਤੇ ਸੱਪ ਦੀ ਪੂੰਛ ਬੈਗ ਤੋਂ ਥੋੜੀ ਜਿਹੀ ਬਾਹਰ ਵਿਖਾਈ ਦੇ ਰਹੀ ਸੀ। ਰਜਨੀ ਬੈਗ ਛੱਡ ਕੇ ਬਾਹਰ ਦੌੜਾ। ਸੱਪ ਤੈਨੂੰ ਡੰਗ ਲਏਗਾ, ਬੈਗ ਛੱਡ ਦੇ। ਠੀਕ ਹੈ ਜੀ। ਕਮਰੇ ਦੇ ਬਾਹਰ ਜਿਹੜੇ ਖੜੇ ਸਨ ਬੱਚੇ ਤੇ ਪੂਜਾ ਜੋ ਕਿ ਉਸਦੀ ਸਹੇਲੀ ਸੀ, ਠੀਕ ਹੈ, ਉਹ ਚੀਕ ਚੀਕ ਕੇ ਕਹਿ ਰਹੇ ਸਨ ਕਿ ਰਜਨੀ ਤੂੰ ਬੈਗ ਦਾ ਮੂੰਹ ਘੁੱਟ ਕੇ ਬੰਦ ਕੀਤਾ ਹੋਇਆ ਸੀ, ਠੀਕ ਹੈ, ਕਿ ਤੂੰ ਬਾਹਰ ਆ ਜਾ। ਪਰ ਰਜਨੀ ਨੇ ਕੀ ਹੈ, ਉਸਦਾ ਬੈਗ ਦਾ ਜਿਹੜਾ ਮੂੰਹ ਸੀ ਉਹ ਘੁੱਟ ਕੇ ਬੰਦ ਕੀਤਾ ਹੋਇਆ ਸੀ ਤੇ ਉਹ ਬਾਹਰ ਆ ਗਈ। ਤਦ ਤੱਕ ਸਕੂਲ ਦਾ ਸੇਵਾਦਾਰ ਪ੍ਰਾਣਨਾਥ ਹੱਥ ਵਿੱਚ ਸੋਟੀ ਫੜੀ ਕਮਰੇ ਵਿੱਚ ਆਇਆ। ਜਦੋਂ ਉਸਨੇ ਰਜਨੀ ਨੂੰ ਅਜਿਹੀ ਹਾਲਤ ਵਿੱਚ ਦੇਖਿਆ ਤਾਂ ਉਹ ਦੰਗ ਰਹਿ ਗਿਆ। ਪ੍ਰਾਣਨਾਥ ਬੋਲਿਆ, ਕੁੜੀਏ ਖਤਰਾ ਮੁੱਲ ਨਾ ਲੈ, ਇਹ ਬੈਗ ਛੱਡ ਦੇ, ਫਟਾਫਟ ਕਰ, ਬੈਂਚ ਤੇ ਚੜ ਜਾ, ਮੈਂ ਇਸ ਨੂੰ ਬੈਗ ਵਿੱਚ ਹੀ ਮਾਰ ਦਿਆਂਗਾ, ਛੇਤੀ ਕਰ, ਸੱਪ ਤੈਨੂੰ ਡੰਗ ਮਾਰ ਦੇਗਾ। ਤੇ ਅੱਗੋਂ ਰਜਨੀ ਕੀ ਕਹਿੰਦੀ ਹੈ, ਅੰਕਲ ਜੀ ਸੱਪ ਹੁਣ ਇਸ ਬੈਗ 'ਚੋਂ ਬਾਹਰ ਨਹੀਂ ਨਿਕਲ ਸਕਦਾ ਕਿਉਂਕਿ ਮੈਂ ਬੜੀ ਮਜ਼ਬੂਤੀ ਨਾਲ ਘੁੱਟ ਕੇ ਬੈਗ ਦਾ ਮੂੰਹ ਬੰਦ ਕੀਤਾ ਹੋਇਆ ਹੈ। ਤੇ ਰਜਨੀ ਨੇ ਉੱਤਰ ਦਿੱਤਾ, ਸੱਪ ਬੈਗ ਵਿੱਚੋਂ ਫੁੰਕਾਰੇ ਮਾਰ ਰਿਹਾ ਸੀ। ਪਰ ਜਿਹੜੀ ਰਜਨੀ ਉਹ ਇੰਨੀ ਬਹਾਦਰ ਸੀ ਕਿ ਉਹ ਬਿਲਕੁਲ ਵੀ ਡਰ ਨਹੀਂ ਰਹੀ ਸੀ। ਠੀਕ ਹੈ ਜੀ। ਪ੍ਰਿੰਸੀਪਲ ਸਾਹਿਬ, ਅਧਿਆਪਕ ਤੇ ਕੁਝ ਹੋਰ ਜਿਹੜੇ ਕਰਮਚਾਰੀ ਸੀ ਉਹ ਵੀ ਉੱਥੇ ਫਟਾਫਟ ਪਹੁੰਚ ਗਏ ਤੇ ਠੀਕ ਹੈ, ਚੌਕੀਦਾਰ ਬਾਰ-ਬਾਰ ਕਹਿ ਰਿਹਾ ਸੀ ਕਿ ਇਸ ਨੂੰ ਜਲਦੀ ਮਾਰ ਦਿਓ। ਇਹ ਗੱਲ ਸੁਣਦਿਆਂ ਸਾਰੀ ਰਜਨੀ ਬੋਲੀ, ਨਾ ਨਾ ਅੰਕਲ ਜੀ, ਇਸ ਨੂੰ ਮਾਰਨਾ ਨਹੀਂ ਪਲੀਜ਼, ਠੀਕ ਹੈ, ਤੇ ਇਸ ਨੂੰ ਆਪਾਂ ਚਿੜੀਆ ਘਰ ਵਿੱਚ ਛੱਡ ਦਿੰਨੇ ਹਾਂ। ਠੀਕ ਹੈ ਜੀ। ਤੇ ਵਾਹ ਰਜਨੀ, ਪ੍ਰਿੰਸੀਪਲ ਸਾਹਿਬ ਉਸਦੇ ਜਿਹੜੇ ਸਕੂਲ ਦੇ ਸੀ ਉਹ ਕਹਿਣ ਲੱਗ ਗਏ ਕਿ ਰਜਨੀ ਤੂੰ ਤਾਂ ਬਹੁਤ ਹੀ ਵਧੀਆ ਗੱਲ ਕਰ ਰਹੀ ਹੈ। ਤੇ ਪ੍ਰਾਣਨਾਥ ਨੇ ਰਜਨੀ ਕੋਲੋਂ ਬੜੀ ਸਾਵਧਾਨੀ ਨਾਲ ਬੈਗ ਫੜ ਲਿਆ ਤੇ ਫਿਰ ਉਸ ਬੈਗ ਦਾ ਮੂੰਹ ਘੁੱਟ ਕੇ ਰੱਸੀ ਨਾਲ ਬੰਨ੍ਹ ਦਿੱਤਾ। ਸਾਇੰਸ ਵਾਲੇ ਅਧਿਆਪਕ ਬੋਲੇ, ਰਜਨੀ ਠੀਕ ਕਹਿ ਰਹੀ ਹੈ ਸਰ, ਇਸ ਨੂੰ ਚਿੜੀਆ ਘਰ ਵਿੱਚ ਹੀ ਭਿਜਵਾਇਆ ਜਾਵੇ। ਠੀਕ ਹੈ ਜੀ। ਤੇ ਪ੍ਰਾਣਨਾਥ ਤੇ ਇੱਕ ਦੋ ਹੋਰ ਆਦਮੀ ਸੱਪ ਨੂੰ ਚਿੜੀਆ ਘਰ ਵਿੱਚ ਸੌਂਪਣ ਲਈ ਚਲੇ ਗਏ, ਛੱਡਣ ਲਈ ਚਲੇ ਗਏ। ਚਿੜੀਆ ਘਰ ਦੇ ਵੱਡੇ ਅਫਸਰ ਨੂੰ ਜਦੋਂ ਸਾਰੀ ਗੱਲ ਦਾ ਪਤਾ ਲੱਗਿਆ ਤਾਂ ਉਹ ਆਖਣ ਲੱਗਾ, ਮੈਂ ਇਹ ਜਾਣ ਕੇ ਹੈਰਾਨ ਹਾਂ ਕਿ ਇਸ ਸੱਪ ਨੂੰ ਇੱਕ ਅਜਿਹੀ ਬਹਾਦਰ ਲੜਕੀ ਨੇ ਕਾਬੂ ਕੀਤਾ ਹੈ ਜਿਹੜੀ ਪੋਲੀਓ ਦੀ ਸ਼ਿਕਾਰ ਹੈ। ਤੇ ਦੂਜੀ ਵੱਡੀ ਗੱਲ ਇਹ ਹੈ ਕਿ ਉਸਦੇ ਮਨ ਵਿੱਚ ਜੀਵ ਜੰਤੂਆਂ ਪ੍ਰਤੀ ਬਹੁਤ ਸਨੇਹ ਹੈ, ਪਿਆਰ ਹੈ। ਉਹ ਜਾਣਦੀ ਹੈ ਕਿ ਸੱਪ ਸਾਡਾ ਦੁਸ਼ਮਣ ਨਹੀਂ ਹੁੰਦਾ, ਸਗੋਂ ਇਹ ਖਤਰਾ ਮਹਿਸੂਸ ਕਰਨ ਤੇ ਹੀ ਵਿਅਕਤੀ ਨੂੰ ਆਪਣਾ ਬਚਾਓ ਕਰਨ ਵਾਸਤੇ ਡੰਗ ਮਾਰਦਾ ਹੈ। ਠੀਕ ਹੈ ਜੀ। ਤੇ ਕਈ ਲੋਕਾਂ ਨੂੰ ਇਸ ਗੱਲ ਬਾਰੇ ਪਤਾ ਨਹੀਂ ਹੈ। ਇਸ ਦੇ ਜ਼ਹਿਰ ਤੋਂ ਕਈ ਲਾਭਦਾਇਕ ਦਵਾਈਆਂ ਵੀ ਬਣਦੀਆਂ ਹਨ। ਸਕੂਲ ਦਾ ਸਾਲਾਨਾ ਸਮਾਰੋਹ ਆਇਆ। ਰਜਨੀ ਨੂੰ ਬਹਾਦਰੀ ਦਾ ਇਨਾਮ ਦੇਣ ਲਈ ਚਿੜੀਆ ਘਰ ਦੇ ਮੁੱਖ ਅਫਸਰ ਖੁਦ ਸਕੂਲ ਆਏ ਤੇ ਸਾਰਿਆਂ ਨੂੰ ਸੰਬੋਧਨ ਕਰਦੇ ਆਖਣ ਲੱਗੇ, ਇਹ ਬਹਾਦਰ ਲੜਕੀ ਸਾਡੇ ਸਾਰਿਆਂ ਵਾਸਤੇ ਇੱਕ ਮਿਸਾਲ ਹੈ ਜੋ ਆਪਣੀ ਸਰੀਰਕ ਅਪੰਗਤਾ ਦੇ ਬਾਵਜੂਦ ਵੀ ਕਿਸੇ ਕੋਲੋਂ ਘੱਟ ਨਹੀਂ, ਯਾਨੀ ਕਿ ਪੂਰੀ ਤਰ੍ਹਾਂ ਤੰਦਰੁਸਤ ਸਰੀਰ ਨਾ ਹੋਣ ਦੇ ਬਾਵਜੂਦ ਵੀ ਇਹ ਕਿਸੇ ਤੋਂ ਘੱਟ ਨਹੀਂ। ਠੀਕ ਹੈ ਜੀ। ਤੇ ਇਸ ਨੇ ਇਹ ਬਹਾਦਰੀ ਦਿਖਾਈ ਹੈ ਵੀ ਜਿਹੜੇ ਆਮ ਬੱਚੇ ਕਲਾਸ ਦੇ ਹੋਰ ਦੂਸਰੇ ਬੱਚੇ ਸੀ ਜਦੋਂ ਕਿ ਉਹ ਡਰ ਕੇ ਬਾਹਰ ਭੱਜ ਗਏ, ਪਰ ਇਸ ਨੇ ਕੀ ਹੈ, ਹਿੰਮਤ ਨਹੀਂ ਹਾਰੀ। ਮੈਂ ਆਪਣੇ ਵੱਲੋਂ ਇਸ ਦਾ ਨਾਂ ਰਾਸ਼ਟਰਪਤੀ ਅਵਾਰਡ ਲਈ ਭੇਜਣ ਦੀ ਸਿਫਾਰਿਸ਼ ਕਰਾਂਗਾ ਕਿਉਂਕਿ ਇਸ ਨੇ ਆਪਣੀ ਹਾਜ਼ਰ ਦਿਮਾਗੀ ਨਾਲ ਨਾ ਕੇਵਲ ਜਮਾਤੀਆਂ ਨੂੰ ਖਤਰੇ ਤੋਂ ਬਚਾਇਆ, ਸਗੋਂ ਬੜੀ ਬਹਾਦਰੀ ਨਾਲ ਸੱਪ ਕਾਬੂ ਕਰਕੇ ਸਾਡੇ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਹੈ। ਇਨਾਮ ਲੈਣ ਉਪਰੰਤ ਜਦੋਂ ਰਜਨੀ ਆਪਣੀਆਂ ਸਹੇਲੀਆਂ ਨੂੰ ਮਿਲ ਰਹੀ ਸੀ ਤਾਂ ਕੁਝ ਸਹੇਲੀਆਂ ਕਹਿ ਰਹੀਆਂ ਸਨ, ਰਜਨੀ ਜਿਹੜਾ ਕੰਮ ਅਸੀਂ ਨਹੀਂ ਕਰ ਸਕੀਆਂ ਉਹ ਤੂੰ ਇਕੱਲੀ ਨੇ ਕਰ ਦਿਖਾਇਆ, ਸਾਨੂੰ ਤੇਰੇ ਤੇ ਮਾਣ ਹੈ। ਰਜਨੀ ਬੋਲੀ, ਦ੍ਰਿੜ ਨਿਸ਼ਚਾ ਹੋਵੇ ਤਾਂ ਵੱਡੇ ਤੋਂ ਵੱਡੇ ਸੰਕਟ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਹੈ। ਰਜਨੀ ਨੇ ਵੇਖਿਆ ਉਸਦੇ ਕੁਝ ਜਮਾਤੀ ਤਾੜੀਆਂ ਵਜਾਉਂਦੇ ਹੋਏ ਆਖ ਰਹੇ ਸਨ, ਰਜਨੀ ਜਿੰਦਾਬਾਦ, ਰਜਨੀ ਜਿੰਦਾਬਾਦ। ਇਹਨੇ ਨੂੰ ਆਪਣੇ ਜਮਾਤੀਆਂ ਵਿੱਚ ਘਿਰੀ ਰਜਨੀ ਕੋਲ ਉਸਦੇ ਮੰਮੀ ਪਾਪਾ ਆ ਗਏ ਤੇ ਉਹਨਾਂ ਆ ਕੇ ਰਜਨੀ ਨੂੰ ਗਲਵੱਕੜੀ ਵਿੱਚ ਲੈ ਲਿਆ। ਰਜਨੀ ਨੂੰ ਜਾਪਿਆ ਜਿਵੇਂ ਉਸਦੀਆਂ ਬੇਜਾਨ ਲੱਤਾਂ ਵਿੱਚ ਜਾਨ ਆ ਗਈ ਹੋਵੇ ਤੇ ਉਸ ਦੀ ਤਾਕਤ ਵੀ ਦੁੱਗਣੀ ਹੋ ਗਈ ਹੋਵੇ।
ਇਸ ਤਰ੍ਹਾਂ ਜੀ ਇਹ ਕਹਾਣੀ ਹੈ ਜੋ ਇੱਕ ਅਪਾਹਿਜ ਕੁੜੀ ਦੀ ਕਹਾਣੀ ਹੈ ਤੇ ਉਸ ਦੇ ਜਿਹੜੇ ਕਾਰਨਾਮੇ ਨੇ ਬਹੁਤ ਹਿੰਮਤ ਵਾਲੇ ਹਨ, ਜਿਸ ਸਦਕਾ ਉਸ ਨੂੰ ਕੀ ਹੈ ਬਹੁਤ ਜ਼ਿਆਦਾ ਪ੍ਰਸਿੱਧੀ ਮਿਲੀ ਅਤੇ ਰਾਸ਼ਟਰਪਤੀ ਤੋਂ ਉਸ ਨੂੰ ਇਨਾਮ ਵੀ ਪ੍ਰਾਪਤ ਹੋਇਆ। ਤੇ ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੀ ਰਜਨੀ ਦੀ ਤਰ੍ਹਾਂ ਬਹਾਦਰ ਅਤੇ ਤਾਕਤਵਰ ਬਣਨਾ ਚਾਹੀਦਾ ਹੈ। ਕਿਸੇ ਵੀ ਸੰਕਟ ਸਮੇਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਤੇ ਉਸ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਠੀਕ ਹੈ ਜੀ, ਇਹ ਸੀ ਸਾਡੀ ਕਹਾਣੀ ਮੈਂ ਕਿਸੇ ਤੋਂ ਘੱਟ ਨਹੀਂ। ਆਪਾਂ ਅੱਗੇ ਕਰ ਰਹੇ ਹਾਂ ਇਹਦੇ ਪ੍ਰਸ਼ਨ ਉੱਤਰ। ਠੀਕ ਹੈ ਜੀ, ਪਹਿਲਾ ਪ੍ਰਸ਼ਨ ਹੈ ਰਜਨੀ ਨੂੰ ਕਿਹੜੀ ਬਿਮਾਰੀ ਸੀ? ਇਸ ਦਾ ਉੱਤਰ ਹੈ ਜੀ ਪੋਲੀਓ ਦੀ। ਦੂਜਾ ਹੈ ਜੀ ਰਜਨੀ ਸਕੂਲ ਜਾਣ ਲਈ ਕਿਸ ਦੀ ਪਰਵਾਹ ਨਹੀਂ ਕਰਦੀ ਸੀ? ਇਸ ਦਾ ਉੱਤਰ ਹੈ ਜੀ ਰਜਨੀ ਸਕੂਲ ਜਾਣ ਲਈ ਕਿਸੇ ਮੀਂਹ ਹਨੇਰੀ ਜਾਂ ਖਰਾਬ ਮੌਸਮ ਦੀ ਪਰਵਾਹ ਨਹੀਂ ਕਰਦੀ ਸੀ। ਤੀਜਾ ਹੈ ਸੱਪ ਜਮਾਤ ਦੇ ਕਮਰੇ ਵਿੱਚ ਕਿਵੇਂ ਦਾਖਲ ਹੋਇਆ? ਸੱਪ ਜਮਾਤ ਦੇ ਕਮਰੇ ਵਿੱਚ ਖੇਡ ਦੇ ਮੈਦਾਨ ਵਿੱਚੋਂ ਪਿੱਛੋਂ ਦੀ ਕੰਧ ਉੱਪਰੋਂ ਦੀ ਚੜ੍ਹ ਕੇ ਉਸਦੇ ਕਮਰੇ ਵਿੱਚ ਦਾਖਲ ਹੋ ਗਿਆ। ਸਭ ਤੋਂ ਪਹਿਲਾਂ ਸੱਪ ਨੂੰ ਕਿਸ ਨੇ ਵੇਖਿਆ? ਸਭ ਤੋਂ ਪਹਿਲਾਂ ਸੱਪ ਨੂੰ ਰਾਹੁਲ ਨੇ ਵੇਖਿਆ। ਅਧਿਆਪਕ ਮੋਹਨ ਲਾਲ ਨੂੰ ਕਿਸ ਦਾ ਡਰ ਸੀ? ਅਧਿਆਪਕ ਮੋਹਨ ਲਾਲ ਨੂੰ ਇਹ ਡਰ ਸੀ ਕਿ ਕਿਤੇ ਇਸ ਵੱਡੇ ਘਾਹ ਵਿੱਚ ਕੋਈ ਜ਼ਹਿਰੀਲਾ ਜੀਵ ਹੀ ਨਾ ਪੈਦਾ ਹੋ ਜਾਵੇ। ਰਜਨੀ ਨੇ ਸੱਪ ਨੂੰ ਕਿੱਥੇ ਭੇਜਣ ਲਈ ਬੇਨਤੀ ਕੀਤੀ ਸੀ? ਉੱਪਰ ਹੈ ਜੀ ਸੱਪ ਕੀ ਲੱਭਣ ਵਾਸਤੇ ਇੱਧਰ ਉੱਧਰ ਦੌੜ ਰਿਹਾ ਸੀ? ਸੱਪ ਹੈ ਜੋ ਫਰਸ਼ ਦੇ ਉੱਪਰ ਇੱਧਰ ਉੱਧਰ ਇਸ ਲਈ ਦੌੜ ਰਿਹਾ ਸੀ ਕਿ ਉਸਨੂੰ ਕੋਈ ਖੁੱਡ ਲੱਭ ਜਾਵੇ। ਰਜਨੀ ਨੇ ਸੱਪ ਨੂੰ ਕਿੱਥੇ ਭੇਜਣ ਦੀ ਬੇਨਤੀ ਕੀਤੀ ਸੀ? ਰਜਨੀ ਨੇ ਸੱਪ ਨੂੰ ਚਿੜੀਆ ਘਰ ਵਿੱਚ ਭੇਜਣ ਦੀ ਬੇਨਤੀ ਕੀਤੀ ਸੀ। ਚਿੜੀਆ ਘਰ ਦੇ ਅਫਸਰ ਨੇ ਰਜਨੀ ਦੇ ਨਾਂ ਦੀ ਕਿਸ ਕੋਲ ਸਿਫਾਰਿਸ਼ ਕਰਨ ਦੀ ਗੱਲ ਕਹੀ ਸੀ? ਚਿੜੀਆ ਘਰ ਦੇ ਅਫਸਰ ਨੇ ਰਜਨੀ ਦੇ ਨਾਂ ਦੀ ਰਾਸ਼ਟਰਪਤੀ ਅਵਾਰਡ ਲਈ ਸਿਫਾਰਿਸ਼ ਕਰਨ ਲਈ ਗੱਲ ਕਹੀ ਸੀ। ਠੀਕ ਹੈ ਜੀ, ਇਹ ਸੀ ਸਾਡੇ ਪ੍ਰਸ਼ਨ ਉੱਤਰ। ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ, ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਅਤੇ ਸ਼ੇਅਰ ਵੀ ਕਰੋ। ਧੰਨਵਾਦ।